ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰਿੰਦਰ ਸਿੰਘ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਵਿੱਚ। ਦੋਸਤੋ, ਵੀਡੀਓ ਦੇਖਣ ਤੋਂ ਪਹਿਲਾਂ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਤੁਸੀਂ ਮੇਰੀਆਂ ਸਾਰੀ ਵੀਡੀਓਜ਼ ਦੇਖ ਸਕੋ। ਦੋਸਤੋ, ਅੱਜ ਮੈਂ ਤੁਹਾਨੂੰ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦੀ ਹੀ ਇੱਕ ਹੋਰ ਕਹਾਣੀ ਪੁਲ ਸੁਣਾਉਣ ਜਾ ਰਿਹਾ ਹਾਂ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪੁਲ। ਪਤਾ ਨਹੀਂ ਕਿਉਂ ਵੱਡਾ ਪਿੰਡ ਵਾਲਿਆਂ ਨੂੰ ਹਮੇਸ਼ਾ ਇਹ ਖਿਆਲ ਰਹਿੰਦਾ ਸੀ ਕਿ ਉਹ ਵੱਡੇ ਸਨ ਤੇ ਨਿੱਕਾ ਪਿੰਡ ਵਾਲੇ ਕਹਿੰਦੇ ਆਖਿਰ ਕਿਸ ਗੱਲ ਵਿੱਚੋਂ ਵੱਡੇ ਸਨ। ਕਿਹੜੀ ਗੱਲ ਸੀ ਜਿਸ ਵਿੱਚ ਵੱਡਾ ਪਿੰਡ ਵਾਲੇ ਵੱਡੇ ਸਨ ਤੇ ਨਿੱਕਾ ਪਿੰਡ ਵਾਲੇ ਨਿੱਕੇ ਸਨ। ਨਦੀ ਦੇ ਇੱਕ ਪਾਸੇ ਪਿੰਡ ਦਾ ਨਾਂ ਵੱਡਾ ਪਿੰਡ ਸੀ ਤੇ ਦੂਜੇ ਪਾਸੇ ਪਿੰਡ ਦਾ ਨਾਂ ਨਿੱਕਾ ਪਿੰਡ ਸੀ। ਪਤਾ ਨਹੀਂ ਇਹ ਨਾਂ ਕਦੋਂ ਪਏ, ਕਿਉਂ ਪਏ। ਅੱਜ ਕੱਲ੍ਹ ਤੇ ਵੱਡਾ ਪਿੰਡ ਵਾਲਿਆਂ ਦਾ ਨਿੱਕਾ ਪਿੰਡ ਵਾਲਿਆਂ ਨਾਲ ਕੋਈ ਲੈਣ ਦੇਣ ਨਹੀਂ ਸੀ। 4 ਕਦਮਾਂ ਦੀ ਵਿੱਥ ਤੇ ਵੱਸਦੇ ਇਹਨਾਂ ਦੋ ਪਿੰਡਾਂ ਵਿੱਚ ਕੋਈ ਸਾਂਝ ਨਹੀਂ ਸੀ। ਨਿੱਕਾ ਪਿੰਡ ਦੀ ਕਿਸੇ ਕੁੜੀ ਦੀ ਮੰਗਣੀ ਵੱਡਾ ਪਿੰਡ ਵਿੱਚ ਨਹੀਂ ਹੋਈ ਸੀ। ਵੱਡਾ ਪਿੰਡ ਦੇ ਕਿਸੇ ਮੁੰਡੇ ਦਾ ਵਿਆਹ ਨਿੱਕਾ ਪਿੰਡ ਵਿੱਚ ਨਹੀਂ ਹੋਇਆ ਸੀ। ਦੋਵੇਂ ਪਿੰਡਾਂ ਦੇ ਵਿਚਕਾਰ ਇੱਕ ਨਦੀ ਸੀ ਤੇ ਇਹ ਨਦੀ ਇਹਨਾਂ ਨੂੰ ਇਸ ਤਰ੍ਹਾਂ ਆਪਸ ਵਿੱਚ ਫਾੜੇ ਹੋਏ ਸੀ ਕਿ ਮਜਾਲ ਹੈ ਕਦੀ ਇੱਕ ਪਿੰਡ ਦੇ ਡੰਗਰ ਉੱਧਰ ਕਿਰ ਜਾਣ ਜਾਂ ਉਸ ਪਿੰਡ ਦਾ ਕੋਈ ਬੰਦਾ ਇੱਧਰੋਂ ਲੰਘ ਜਾਏ। ਹਮੇਸ਼ਾ ਖੂਨ ਖਰਾਬਾ ਹੋ ਕੇ ਰਹਿੰਦਾ ਸੀ। ਇਹ ਵੈਰ ਕਈ ਪੀੜ੍ਹੀਆਂ ਦਾ ਤੁਰਦਾ ਆ ਰਿਹਾ ਸੀ। ਬੈਰ ਤੇ ਮੁਕੱਦਮੇਬਾਜ਼ੀ, ਕਦੀ ਉਹਨਾਂ ਦੀਆਂ ਦੀਵਾਨੀਆਂ ਚੱਲਦੀਆਂ ਰਹਿੰਦੀਆਂ ਸਨ, ਕਦੀ ਫੌਜਦਾਰੀਆਂ ਚੱਲਦੀਆਂ ਰਹਿੰਦੀਆਂ ਸਨ। ਖਾਕ ਸਿਆਹ ਹੋ ਗਏ ਸਨ ਦੋਵੇਂ ਪਿੰਡ, ਪਰ ਇਹ ਦੁਸ਼ਮਣੀ ਖਤਮ ਹੋਣ ਵਿੱਚ ਨਹੀਂ ਸੀ ਆਉਂਦੀ। ਕਦੀ ਨਿੱਕਾ ਪਿੰਡ ਵਿੱਚ ਲੋਕਾਂ ਨੂੰ ਕਿਸੇ ਨੇ ਭੜਕਾਉਣਾ ਹੁੰਦਾ ਤਾਂ ਕਹਿੰਦਾ ਬੜੇ ਸਾਲ ਹੋਏ ਵੱਡਾ ਪਿੰਡ ਵਾਲਿਆਂ ਨੇ ਨਿੱਕਾ ਪਿੰਡ ਦੀ ਇੱਕ ਕੁੜੀ ਨੂੰ ਉਧਾਰ ਲਿਆ ਸੀ ਤੇ ਇਹਨਾਂ ਦੇ ਸ਼ਿਕਾਇਤ ਕਰਨ ਤੇ 3 ਟੁਕੜੇ ਕੁੜੀ ਦੇ ਕਰ ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਨਦੀ ਵਿੱਚ ਰੋੜ ਦਿੱਤਾ ਸੀ। ਤੇ ਇਨ ਵਿਨ ਇਹ ਕਹਾਣੀ ਵੱਡਾ ਪਿੰਡ ਵਾਲੇ ਯਾਦ ਕਰਕੇ ਆਪਣੇ ਗ੍ਰਾਮ ਵਾਸੀਆਂ ਦੇ ਦਿਲ ਵਿੱਚ ਨਿੱਕਾ ਪਿੰਡ ਵਾਲਿਆਂ ਲਈ ਜ਼ਹਿਰ ਭਰਦੇ ਰਹਿੰਦੇ। ਵੱਡਾ ਪਿੰਡ ਵਾਲੇ ਕਹਿੰਦੇ ਕੁੜੀ ਉਹਨਾਂ ਦੀ ਸੀ ਤੇ ਨਿੱਕਾ ਪਿੰਡ ਵਾਲੇ ਉਸ ਨੂੰ ਉਧਾਲ ਕੇ ਲੈ ਗਏ ਸਨ। ਤੇ ਫਿਰ ਜਦੋਂ ਉਹਨਾਂ ਨੇ ਪੁੱਛਿਆ ਤੇ ਕੁੜੀ ਦੇ ਅਗਲਿਆਂ ਨੇ 3 ਟੁਕੜੇ ਕਰ ਦਿੱਤੇ। ਤੇ ਅੱਜ ਕੱਲ੍ਹ ਇਹ ਵੈਰ ਇਤਨਾ ਵੱਧ ਗਿਆ ਸੀ ਕਿ ਹਰ ਆਪਣੀ ਮੁਸੀਬਤ ਨੂੰ ਪਿੰਡ ਵਾਲੇ ਇਹ ਸਮਝਦੇ ਸਨ ਕਿ ਸਾਹਮਣੇ ਪਿੰਡ ਵਾਲਿਆਂ ਦੀ ਘਲੀ ਹੋਈ ਹੈ। ਬਰਸਾਤ ਵਿੱਚ ਜਦੋਂ ਨਦੀ ਚੜ੍ਹਦੀ, ਕਦੀ ਇਸ ਪਿੰਡ ਦਾ ਕੰਢਾ ਢਾਣਾ ਸ਼ੁਰੂ ਕਰ ਦਿੰਦੀ, ਕਦੀ ਉਸ ਪਿੰਡ ਦੀ ਜ਼ਮੀਨ ਨੂੰ ਖੋਰ ਕੇ ਲੈ ਜਾਂਦੀ। ਜਿਸ ਦਾ ਨੁਕਸਾਨ ਹੁੰਦਾ ਇਹੀ ਸਮਝਦਾ ਇਸ ਵਿੱਚ ਬੈਰੀ ਪਿੰਡ ਦੀ ਕੋਈ ਸ਼ਰਾਰਤ ਹੈ। ਨਿੱਕਾ ਪਿੰਡ ਵਿੱਚ ਕੁੱਕੜਾਂ ਕੁੱਕੜੀਆਂ ਨੂੰ ਬਿਮਾਰੀ ਪਈ। ਜਦੋਂ ਸਾਰਾ ਪਿੰਡ ਤਕਰੀਬਨ ਖਾਲੀ ਹੋ ਗਿਆ ਤਾਂ ਵੱਡਾ ਪਿੰਡ ਦੇ ਕੁੱਕੜ ਕੁੱਕੜੀਆਂ ਮਰਨੇ ਸ਼ੁਰੂ ਹੋ ਗਏ ਤੇ ਵੱਡਾ ਪਿੰਡ ਵਾਲਿਆਂ ਨੂੰ ਇਹ ਯਕੀਨ ਸੀ ਇਹ ਬਿਮਾਰੀ ਨਿੱਕਾ ਪਿੰਡ ਵਾਲਿਆਂ ਨੇ ਆਪਣੇ ਪਿੰਡ ਤੋਂ ਕੱਢ ਕੇ ਉਹਨਾਂ ਦੇ ਪਿੰਡ ਭੇਜੀ ਹੈ ਤੇ ਉਹ ਦਿਨ ਰਾਤ ਇਹਨਾਂ ਨੂੰ ਪੁੰਨਦੇ ਰਹਿੰਦੇ। ਫਿਰ ਵੱਡਾ ਪਿੰਡ ਵਾਲਿਆਂ ਦੇ ਪੀਲੀਆ ਫੈਲ ਗਿਆ। ਪੀਲੀਆ ਕੁਝ ਦਿਨਾਂ ਬਾਅਦ ਨਿੱਕਾ ਪਿੰਡ ਵਿੱਚ ਵੀ ਦਿਖਾਈ ਦੇਣ ਲੱਗਾ। ਲੱਖ ਲੱਖ ਨਿੱਕਾ ਪਿੰਡ ਵਾਲੇ ਵੱਡਾ ਪਿੰਡ ਵਾਲਿਆਂ ਨੂੰ ਗਾਲੀਆਂ ਦਿੰਦੇ ਤੇ ਸੱਚਮੁੱਚ ਮੰਨਦੇ ਕਿ ਇਹ ਬਲਾ ਬੈਰੀਆਂ ਦੀ ਭੇਜੀ ਹੋਈ ਹੈ। ਇਹ ਖਿਆਲ ਕਿਸੇ ਨੂੰ ਨਾ ਆਉਂਦਾ ਕਿ ਪੀਲੀਆ ਨਦੀ ਦੇ ਪਾਣੀ ਕਰਕੇ ਫੈਲਿਆ ਸੀ, ਜਿਸ ਨੂੰ ਇੱਕ ਕੰਢੇ ਤੋਂ ਉਹ ਭਰਦੇ ਸਨ ਤੇ ਦੂਜੇ ਕੰਢੇ ਤੋਂ ਇਹ ਭਰਦੇ ਸਨ। ਡਿਸਟ੍ਰਿਕਟ ਬੋਰਡ ਨੇ ਦੋਹਾਂ ਪਿੰਡਾਂ ਲਈ ਇੱਕ ਸਾਂਝਾ ਖੂਹ ਪੁੱਟਵਾਉਣ ਲਈ ਰਕਮ ਮਨਜ਼ੂਰ ਕੀਤੀ, ਪਰ ਇਹ ਫੈਸਲਾ ਨਾ ਹੋ ਸਕਣ ਤੇ ਕਿ ਖੂਹ ਨਦੀ ਦੇ ਇਸ ਕੰਢੇ ਹੋਵੇ ਜਾਂ ਉਸ ਕੰਢੇ ਹੋਵੇ, ਖੂਹ ਕਦੇ ਵੀ ਨਾ ਪੁੱਟਿਆ ਜਾ ਸਕਿਆ। ਬੋਰਡ ਦੀਆਂ ਚੋਣਾਂ ਵੇਲੇ ਇੱਕ ਪਿੰਡ ਜਿਸ ਉਮੀਦਵਾਰ ਨੂੰ ਵੋਟ ਦਿੰਦਾ, ਦੂਜਾ ਪਿੰਡ ਉਸ ਦੀ ਜ਼ਰੂਰ ਵਿਰੋਧਤਾ ਕਰਦਾ। ਭਾਵੇਂ ਉਹ ਕੋਈ ਵੀ ਹੋਵੇ, ਦੂਜੇ ਉਮੀਦਵਾਰ ਨੂੰ ਹੀ ਉਹ ਆਪਣੀਆਂ ਵੋਟਾਂ ਦਿੰਦੇ। ਹਰ ਚੌਥੇ ਰੋਜ਼ ਕਿਸੇ ਨਾ ਕਿਸੇ ਗੱਲ 'ਤੇ ਫਸਾਦ ਹੋ ਪੈਂਦਾ। ਇੱਕ ਬੋਲਦਾ ਤੇ ਸਾਰੇ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ।
ਉੱਧਰ ਦੀ ਹਵਾ ਇੱਧਰ ਕਿਉਂ ਆਉਂਦੀ ਹੈ। ਲੋਕਾਂ ਨੂੰ ਇਹ ਵੀ ਬੁਰਾ ਲੱਗਦਾ। ਉਹਨਾਂ ਦੀ ਹਵਾ ਵਿੱਚ ਉਹ ਧੂੰਆਂ ਭੇਜਦੇ ਹਨ, ਕਦੀ ਖਾਦ ਦੀ ਬਦਬੂ ਭੇਜਦੇ ਹਨ। ਇਸ ਪਿੰਡ ਤੋਂ ਭਿੱਛਿਆ ਮੰਗਤੇ ਉਸ ਪਿੰਡ ਵਿੱਚ ਨਹੀਂ ਜਾ ਸਕਦੇ ਸਨ। ਉਸ ਪਿੰਡ ਦੇ ਲੂੰਗੜ ਕੁੱਤੇ ਇਸ ਪਿੰਡ ਆਏ ਖਰਾਵੇ ਨਹੀਂ ਮੁੜਦੇ ਸਨ। ਉੱਧਰੋਂ ਆਏ ਬੱਦਲ ਬੁਰੇ ਸਮਝੇ ਜਾਂਦੇ ਸਨ। ਇੱਧਰੋਂ ਗਈ ਅਜ਼ਾਨ ਦੀ ਆਵਾਜ਼ ਤੇ ਉਸ ਪਿੰਡ ਦੇ ਮੁਸਲਮਾਨ ਨਵਾਜ਼ ਨਹੀਂ ਸਨ ਪੜ੍ਹਦੇ। ਇੱਕ ਪਿੰਡ ਵਿੱਚ ਹਰ ਨਵੇਂ ਮਕਾਨ ਲਈ ਦੂਜੇ ਪਿੰਡ ਵਾਲੇ 2 ਨਵੇਂ ਕੋਠੇ ਪਾਉਂਦੇ, ਭਾਵੇਂ ਕਿਸੇ ਦੇ ਘਰ ਦੀਆਂ ਹਾਂਡੀਆਂ ਵੀ ਵਿਕ ਜਾਣ। ਸ਼ਹਿਰ ਮੰਡੀ ਵਿੱਚ ਸਬਜ਼ੀ ਲੈ ਕੇ ਗਏ ਦੋਹਾਂ ਧਿਰਾਂ ਦੇ ਆਦਮੀ ਇੱਕ ਦੂਜੇ ਦੀ ਜਿੱਦ ਵਿੱਚ ਆਪਣਾ ਆਪਣਾ ਮਾਲ ਸਸਤਾ ਸੁੱਟ ਆਉਂਦੇ ਤੇ ਮੁੜਦਿਆਂ ਰਸਤੇ ਵਿੱਚ ਜਦੋਂ ਉਹਨਾਂ ਨੂੰ ਹੋਸ਼ ਆਉਂਦੀ ਤਾਂ ਇੱਕ ਦੂਜੇ ਨੂੰ ਟੁੱਕ ਕੇ ਪਏ ਖਾਂਦੇ। ਇਹਨਾਂ ਦੀ ਨਿਤ ਦੀ ਇਸ ਕੁੜ ਨੂੰ ਵੇਖ ਕੇ ਅੰਗਰੇਜ਼ ਨੇ ਸੋਚਿਆ, ਜੇ ਕਿਤੇ ਇੱਕ ਸਕੂਲ ਇਹਨਾਂ ਪਿੰਡਾਂ ਲਈ ਬਣਾ ਦਿੱਤਾ ਜਾਏ ਤਾਂ ਸ਼ਾਇਦ ਉਹਨਾਂ ਨੂੰ ਰਲ ਮਿਲ ਕੇ ਬੈਠਣਾ ਉੱਠਣਾ ਆ ਜਾਏ। ਸਕੂਲ ਬਣ ਗਿਆ। ਦੋਹੇ ਪਿੰਡਾਂ ਤੋਂ ਸਕੂਲ ਇੱਕ ਮੀਲ ਦੂਰ ਸੀ। ਸਕੂਲ ਵਿੱਚ ਬੱਚੇ ਵੀ ਦਾਖਲ ਹੋਏ, ਪਰ 3-3 4-4 ਜਮਾਤਾਂ ਪੜ੍ਹ ਕੇ ਬੱਚੇ ਇਸ ਜੋਗੇ ਹੋ ਜਾਂਦੇ ਕਿ ਉਹ ਪਹਿਲੀਆਂ ਵਿੱਚ ਆਪਣੇ ਮਾਪਿਆਂ ਨੂੰ ਮਦਦ ਦੇਣ ਤੇ ਫਿਰ ਉਹ ਕਿਸੇ ਨਾ ਕਿਸੇ ਬਹਾਨੇ ਘੁਸਾਉਣਾ ਸ਼ੁਰੂ ਕਰ ਦਿੰਦੇ ਤੇ ਫਿਰ ਕੁਝ ਚਿਰ ਬਾਅਦ ਮੋਢੋਂ ਹੀ ਆਉਣਾ ਬੰਦ ਕਰ ਦਿੰਦੇ। ਅੰਗਰੇਜ਼ ਟਟਿਆ ਲੱਥਾ, ਪਰ ਇਹਨਾਂ ਪਿੰਡਾਂ ਦੀ ਦੁਸ਼ਮਣੀ ਖਤਮ ਨਾ ਹੋ ਸਕੀ ਤੇ ਫਿਰ ਅੰਗਰੇਜ਼ ਚਲਾ ਗਿਆ। ਅੰਗਰੇਜ਼ ਦੇ ਜਾਣ ਤੋਂ ਪਹਿਲੇ ਪੰਜਾਬ ਵਿੱਚ ਜਿਹੜੇ ਹਿੰਦੂ ਮੁਸਲਿਮ ਫਸਾਦ ਹੋਏ, ਉਹਨਾਂ ਦੀ ਕਹਾਣੀ ਕਿਸ ਨੂੰ ਨਹੀਂ ਪਤਾ। ਇਸ ਪ੍ਰਦੇਸ਼ ਦੀ ਸਾਰੀ ਧਰਤੀ ਲਹੂ ਨਾਲ ਨਹਾਤੀ ਗਈ। ਨਿੱਕਾ ਪਿੰਡ ਵਾਲਿਆਂ ਨੇ ਆਪਣੇ ਮੁਸਲਮਾਨਾਂ ਨੂੰ ਖੰਭਾਂ ਹੇਠ ਲੁਕਾਈ ਰੱਖਿਆ, ਕਿਤੇ ਵੱਡਾ ਪਿੰਡ ਵਾਲੇ ਨਾ ਉਹਨਾਂ ਨੂੰ ਕੁਝ ਕਹਿਣ ਤੇ ਵੱਡਾ ਪਿੰਡ ਵਾਲੇ ਆਪਣੇ ਮੁਸਲਮਾਨਾਂ ਨੂੰ ਗੱਡਿਆਂ ਵਿੱਚ ਬਿਠਾ ਕੇ ਸ਼ਹਿਰ ਕੈਂਪ ਵਿੱਚ ਛੱਡ ਆਏ, ਕਿਤੇ ਸਾਹਮਣੇ ਪਿੰਡ ਵਾਲੇ ਉਹਨਾਂ ਨੂੰ ਰਸਤੇ ਵਿੱਚ ਤੰਗ ਨਾ ਕਰਨ। ਤੇ ਜਦੋਂ ਦੋਵੇਂ ਪਿੰਡਾਂ ਦੇ ਮੁਸਲਮਾਨ ਕੈਂਪ ਵਿੱਚ ਇਕੱਠੇ ਹੋਏ, ਕਹਿਣ ਵਾਲੇ ਕਹਿੰਦੇ ਹਨ, ਉੱਥੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਪਈ ਤੇ ਉਹਨਾਂ ਨੂੰ ਵੱਖੋ-ਵੱਖ ਕੈਂਪ ਵਿੱਚ ਰੱਖਣਾ ਪਿਆ, ਵੱਖੋ ਵੱਖਰੀਆਂ ਗੱਡੀਆਂ ਵਿੱਚ ਪਾਕਿਸਤਾਨ ਭੇਜਣਾ ਪਿਆ ਤੇ ਫਿਰ ਦੇਸ਼ ਆਜ਼ਾਦ ਹੋ ਗਿਆ। ਆਜ਼ਾਦੀ ਦੇ ਦਿਨ ਦੋਹਾਂ ਪਿੰਡਾਂ ਨੇ ਆਪਣੇ ਆਪਣੇ ਪਾਸੇ ਨਦੀ ਦੇ ਕੰਢੇ ਤਿਰੰਗੇ ਗੱਡ ਕੇ ਖੁਸ਼ੀਆਂ ਮਨਾਈਆਂ, ਗਾਣੇ ਗਾਏ ਅਤੇ ਨਾਚ ਨਚਾਏ। ਹਰ ਪਿੰਡ ਦੀ ਇਹ ਖਾਹਿਸ਼ ਸੀ ਕਿ ਉਹ ਸਾਹਮਣੇ ਪਿੰਡ ਤੋਂ ਉਹਨਾਂ ਦੀ ਰੌਣਕ ਜ਼ਿਆਦਾ ਹੋਵੇ। ਬਾਹਰੋਂ ਢੱਡ ਸਰੰਗੀਆਂ ਵਾਲੇ ਤੇ ਰਾਜਧਾਰੀ ਸੱਦੇ ਗਏ। ਸਾਰਾ ਦਿਨ ਖੁਸ਼ੀਆਂ ਗੁਜ਼ਰ ਗਿਆ। ਵੱਡਾ ਪਿੰਡ ਵਾਲਿਆਂ ਦਾ ਆਪਣਾ ਪ੍ਰੋਗਰਾਮ ਚੱਲਦਾ ਰਿਹਾ। ਨਿੱਕਾ ਪਿੰਡ ਵਾਲੇ ਆਪਣੀ ਤਰ੍ਹਾਂ ਗਾ ਕੇ ਖੇਡ ਕੇ ਖੁਸ਼ ਹੁੰਦੇ ਰਹੇ। ਸ਼ਾਮ ਨੂੰ ਆਪੋ ਆਪਣੇ ਘਰੀ ਵਾਪਸ ਜਾਣ ਤੋਂ ਪਹਿਲੇ ਵੱਡਾ ਪਿੰਡ ਵਾਲਿਆਂ ਨੇ ਝੰਡਾ ਲਾਉਣ ਵੇਲੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ। ਉਸ ਵੇਲੇ ਨਿੱਕਾ ਪਿੰਡ ਵਾਲੇ ਵੀ ਝੰਡਾ ਉਤਾਰ ਰਹੇ ਸਨ। ਇਹਨਾਂ ਨੇ ਵੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ। ਨਿੱਕਾ ਪਿੰਡ ਵਾਲਿਆਂ ਦੇ ਨਾਅਰੇ ਸੁਣ ਕੇ ਵੱਡਾ ਪਿੰਡ ਵਾਲਿਆਂ ਨੇ ਹੋਰ ਉੱਚੇ ਨਾਅਰੇ ਲਾਏ। ਉਹਨਾਂ ਨੂੰ ਉੱਚਾ ਇਨਕਲਾਬ ਜਿੰਦਾਬਾਦ ਕਹਿੰਦਾ ਸੁਣ ਨਿੱਕਾ ਪਿੰਡ ਵਾਲਿਆਂ ਨੇ ਹੋਰ ਵੀ ਉੱਚੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਤਰ੍ਹਾਂ ਇੱਕ ਦੂਜੇ ਤੋਂ ਵੱਧ ਕੇ ਨਾਅਰੇ ਲਾਉਣ ਦੀ ਜਿਵੇਂ ਬੁਰਜ ਲੱਗ ਪਈ। ਨਿੱਕਾ ਪਿੰਡ ਵਾਲੇ ਜਿਤਨਾ ਉੱਚਾ ਇਨਕਲਾਬ ਜਿੰਦਾਬਾਦ ਕਹਿੰਦੇ, ਵੱਡਾ ਪਿੰਡ ਵਾਲੇ ਉਸ ਤੋਂ ਵੀ ਉੱਚਾ ਪੁਕਾਰਦੇ। ਫਿਰ ਨਿੱਕਾ ਪਿੰਡ ਵਾਲੇ ਹੋਰ ਜ਼ੋਰ ਲਾਉਂਦੇ। ਇੰਜ ਨਾਅਰੇ ਲਾਉਂਦੇ ਉਹ ਨਦੀ ਦੇ ਕੰਢਿਆਂ ਦੇ ਆਮੋ ਸਾਹਮਣੇ ਆਣ ਖਲੋਤੇ। ਬਾਹਾਂ ਉਲਾਰ ਸਾਫੇ ਲਾ ਅੱਡੀਆਂ ਚੁੱਕ ਉਹ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਨਾਅਰੇ ਲਾਉਣ ਲੱਗ ਪਏ। ਉੱਚੇ, ਹੋਰ ਉੱਚੇ, ਉਸ ਤੋਂ ਵੀ ਉੱਚੇ। ਉਹਨਾਂ ਦੇ ਗਲੇ ਥੱਕ ਰਹੇ ਸਨ, ਆਵਾਜ਼ਾਂ ਬੈਠ ਰਹੀਆਂ ਸਨ, ਪਰ ਸ਼ਰਤੋ ਸ਼ਰਤੀ ਬੁਰਜੋ ਬੁਰਜੀ ਉਹ ਚਲਾਉਂਦੇ ਗਏ ਤੇ ਫਿਰ ਪਤਾ ਨਹੀਂ ਕਿਵੇਂ ਇੱਕ ਧਿਰ ਨੂੰ ਲੱਗਾ ਜਿਵੇਂ ਸਾਹਮਣੇ ਕੰਢੇ ਤੋਂ ਪੱਥਰ ਆ ਕੇ ਇੱਧਰ ਪਿਆ ਹੈ
ਤੇ ਫਿਰ ਇੱਕਦਮ ਉਧਰੋਂ 2 ਪੱਥਰ ਉਧਰ ਉੱਡ ਕੇ ਗਏ। ਇਹ ਵੇਖ ਉਧਰੋਂ 4 ਪੱਥਰ ਆਏ ਤੇ ਫਿਰ ਅੱਖ ਦੇ ਭੌਰ ਵਿੱਚ ਪੱਥਰਾਂ ਦੀ ਵਰਖਾ ਜਿਵੇਂ ਹੋਣ ਲੱਗ ਪਈ। ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਇੱਕ ਦੂਜੇ ਤੇ ਪੱਥਰ ਸੁੱਟਦੇ ਉਹਨਾਂ ਵਿੱਚੋਂ ਕਈ ਲਹੂ-ਲੁਹਾਨ ਹੋ ਗਏ। ਤੇ ਜਦੋਂ ਤੀਕ ਨਦੀ ਦੇ ਕੰਢੇ ਪੱਥਰ ਬਾਕੀ ਸਨ, ਉਦੋਂ ਤੀਕ ਤਰਕਾਲਾਂ ਦਾ ਹਨੇਰਾ ਗਹਿਰਾ ਨਹੀਂ ਸੀ ਹੋ ਗਿਆ। ਨਿੱਕਾ ਪਿੰਡ ਵਾਲੇ ਤੇ ਵੱਡਾ ਪਿੰਡ ਵਾਲੇ ਨਾਅਰੇ ਲਾਉਂਦੇ ਇੱਕ ਦੂਜੇ ਤੇ ਪੱਥਰ ਵਗਾਉਂਦੇ ਰਹੇ। ਤੇ ਜਦੋਂ ਦੋਵੇਂ ਧਿਰਾਂ ਆਪੋ ਆਪਣੇ ਘਰਾਂ ਨੂੰ ਮੁੜੀਆਂ ਤਾਂ ਹਰ ਨੌਜਵਾਨ ਜ਼ਖਮੀ ਸੀ। ਬਿਰਲਾ ਹੀ ਕੋਈ ਬੁੱਢਾ ਹੋਵੇਗਾ ਜਿਸ ਨੂੰ ਚੋਟ ਨਹੀਂ ਸੀ ਆਈ। ਤੇ ਫਿਰ ਕਈ ਸਾਲਾਂ ਤੀਕ ਉਹਨਾਂ ਦੀਆਂ ਫੌਜਦਾਰੀਆਂ ਚੱਲਦੀਆਂ ਰਹੀਆਂ। ਨਵੇਂ ਭਾਰਤ ਵਿੱਚ ਨਵੀਆਂ ਗੱਲਾਂ ਹੋਣ ਲੱਗ ਪਈਆਂ। ਨਵੀਆਂ ਪੰਚਾਇਤਾਂ, ਨਵੇਂ ਸਕੂਲ, ਨਵੇਂ ਖੇਤ, ਨਵੇਂ ਹਲ, ਨਵੇਂ ਬੀਜ, ਨਵੇਂ ਹਸਪਤਾਲ, ਨਵੀਆਂ ਸੜਕਾਂ ਤੇ ਨਵੇਂ ਰੁੱਖ, ਨਵੇਂ ਪੁਲ ਤੇ ਇੱਕ ਪੁਲ ਵੱਡਾ ਪਿੰਡ ਤੇ ਨਿੱਕਾ ਪਿੰਡ ਦੇ ਵਿਚਕਾਰ ਵਹਿੰਦੀ ਨਦੀ ਤੇ ਵੀ ਬਣਨਾ ਨਿਯਤ ਹੋ ਗਿਆ। ਪਹਿਲੇ ਸਰਕਾਰ ਨੇ ਇਹਨਾਂ 2 ਪਿੰਡਾਂ ਕੋਲੋਂ ਲੰਘਦੀ ਸੜਕ ਨੂੰ ਪੱਕਾ ਕਰ ਦਿੱਤਾ। ਜਦੋਂ ਪੁਲ ਬਣਾਉਣ ਦੀ ਵਾਰੀ ਆਈ ਤਾਂ ਇਹ ਫੈਸਲਾ ਹੋਇਆ ਕਿ ਕੁਝ ਰਕਮ ਸਰਕਾਰ ਖਰਚ ਕਰੇਗੀ ਤੇ ਕੁਝ ਰਕਮ ਇਹ 2 ਪਿੰਡ ਖਰਚ ਕਰਨ ਜਿਨ੍ਹਾਂ ਨੂੰ ਪੁਲ ਤੋਂ ਲਾਭ ਪਹੁੰਚਣਾ ਸੀ। ਪਿੰਡ ਵਾਲੇ ਆਪਣਾ ਹਿੱਸਾ ਮਜ਼ਦੂਰੀ ਦੀ ਸ਼ਕਲ ਵਿੱਚ ਪਾ ਸਕਦੇ ਸਨ। ਤੇ ਫਿਰ ਪੁਲ ਬਣਨਾ ਸ਼ੁਰੂ ਹੋ ਗਿਆ। ਵੱਡਾ ਪਿੰਡ ਤੇ ਨਿੱਕਾ ਪਿੰਡ ਦੇ ਨੌਜਵਾਨ ਰਲ ਕੇ ਸਰਕਾਰੀ ਇੰਜੀਨੀਅਰਾਂ, ਮਿਸਤਰੀਆਂ ਤੇ ਕਾਰੀਗਰਾਂ ਨਾਲ ਕੰਮ ਕਰਨ ਲੱਗ ਪਏ। ਉਹਨਾਂ ਦੀ ਸੜਕ ਪੱਕੀ ਬਣ ਚੁੱਕੀ ਸੀ ਤੇ ਹੁਣ ਉਸ ਸੜਕ ਤੇ ਪੁਲ ਬਣ ਰਿਹਾ ਸੀ ਤਾਂ ਜੋ 12 ਮਹੀਨੇ ਉਸ ਤੇ ਆਵਾਜਾਈ ਹੋ ਸਕੇ। ਹੁਣ ਬਾਰਿਸ਼ਾਂ ਦੇ ਦਿਨਾਂ ਵਿੱਚ ਜਦੋਂ ਨਦੀ ਚੜ੍ਹ ਜਾਂਦੀ ਸੀ, ਉਹਨਾਂ ਦੀ ਸਬਜ਼ੀ ਪਿੰਡ ਪਈ ਨਹੀਂ ਸੜਿਆ ਕਰੇਗੀ। ਹੁਣ ਉਹਨਾਂ ਦਾ ਦੁੱਧ ਜਿਹੜਾ ਹਰ ਰੋਜ਼ ਸਵੇਰੇ ਉਹ ਛਾਉਣੀ ਪਹੁੰਚਾਉਂਦੇ ਸਨ, ਨਦੀ ਵਿੱਚ ਹੜ ਕੇ ਖਰਾਬ ਨਹੀਂ ਹੋਇਆ ਕਰੇਗਾ। ਤੇ ਦੋਹਾਂ ਪਿੰਡਾਂ ਦੇ ਕਿਸਾਨ ਤਨੋ ਮਨੋ ਇਸ ਕੰਮ ਵਿੱਚ ਜੁਟ ਗਏ। ਇੱਕ ਇੱਟਾਂ ਚੁੱਕਦਾ ਦੂਜੇ ਨੂੰ ਫੜਾਉਂਦਾ, ਦੂਜਾ ਤੀਜੇ ਨੂੰ ਪਕੜਾਉਂਦਾ, ਤੀਜਾ ਚੌਥੇ ਨੂੰ, ਤੇ ਇੱਟਾਂ ਟਿਕਾਣੇ ਤੇ ਪੁੱਜ ਜਾਂਦੀਆਂ। ਇੱਕ ਪਾਣੀ ਦੀ ਬਾਲਟੀ ਭਰਦਾ, ਬਾਲਟੀ ਦੂਜੇ ਕੋਲ ਜਾਂਦੀ, ਦੂਜਾ ਤੀਜੇ ਦੇ ਹੱਥ ਵਿੱਚ ਦਿੰਦਾ, ਤੀਜੇ ਕੋਲ ਫੜਨ ਲਈ ਚੌਥਾ ਅੱਗੇ ਖਲੋਤਾ ਹੁੰਦਾ ਤੇ ਉਸ ਤੋਂ ਲੈਣ ਲਈ ਅੱਗੇ ਇੱਕ ਹੋਰ, ਤੇ ਇਸ ਤਰ੍ਹਾਂ ਪਾਣੀ ਉੱਤੇ ਪੁੱਜ ਜਾਂਦਾ। ਜਿਉਂ-ਜਿਉਂ ਪੁਲ ਉਸਰਦਾ, ਪੇਂਡੂਆਂ ਦਾ ਉਤਸ਼ਾਹ ਵੱਧਦਾ ਜਾਂਦਾ ਤੇ ਇਸ ਨਸ਼ੇ ਵਿੱਚ, ਇਸ ਹੁਲਾਰ ਵਿੱਚ ਕਈ ਵਾਰ ਵੱਡਾ ਪਿੰਡ ਵਾਲੇ ਭੁੱਲ ਜਾਂਦੇ ਉਹ ਵੱਡੇ ਪਿੰਡ ਵਾਲੇ ਸਨ ਤੇ ਨਿੱਕਾ ਪਿੰਡ ਵਾਲੇ ਭੁੱਲ ਜਾਂਦੇ ਕਿ ਉਹ ਨਿੱਕਾ ਪਿੰਡ ਵਾਲੇ ਸਨ। ਉਹਨਾਂ ਨੂੰ ਲੱਗਦਾ ਜਿਵੇਂ ਉਹ ਸਾਰੇ ਇੱਕ ਸੜਕ ਦੇ ਪਾਂਦੀ ਸਨ, ਇੱਕ ਟੱਬਰ ਦੇ ਬੰਦੇ ਸਨ, ਇੱਕ ਸੁਪਨੇ ਦੇ ਦੀਵਾਨੇ ਸਨ। ਕੰਮ ਕਰਨ ਵੇਲੇ ਦੋਵੇਂ ਧਿਰਾਂ ਰਲ ਮਿਲ ਕੇ ਕੰਮ ਕਰਦੀਆਂ। ਜਦੋਂ ਥੱਕ ਟੁੱਟ ਕੇ ਉਹ ਸਸਤਾਉਂਦੇ ਤਾਂ ਰਲ ਮਿਲ ਕੇ ਬੈਠਦੇ, ਰਲ ਮਿਲ ਕੇ ਖਾਂਦੇ ਪੀਂਦੇ, ਠੱਠਾ ਮਖੌਲ ਕਰਦੇ, ਹੱਸਦੇ ਖੇਡਦੇ। ਫਿਰ ਜਦੋਂ ਪੁਲ ਦੇ ਪਾਏ ਤਿਆਰ ਹੋ ਗਏ, ਉਹਨਾਂ ਉੱਤੇ ਲੋਹੇ ਦੇ ਗਾਡਰ ਪਾਣੇ ਸਨ। ਮਣਾ ਮੂੰਹੀ ਭਾਰੇ ਗਾਡਰਾਂ ਨੂੰ ਚੁੱਕਣ ਲਈ ਵੱਡਾ ਪਿੰਡ ਤੇ ਨਿੱਕਾ ਪਿੰਡ ਦਾ ਇੱਕ ਨੌਜਵਾਨ ਇਕੱਠਾ ਹੋ ਗਿਆ। ਉੱਚੇ ਸਿਰ ਚੁੱਕੀ ਪੁਲ ਦੇ ਪਾਇਆਂ ਨੂੰ ਵੇਖ ਕੇ ਹਰ ਪਿੰਡੂ ਦਾ ਉਤਸ਼ਾਹ ਜਿਵੇਂ ਠਾਠਾਂ ਮਾਰਨ ਲੱਗ ਪਿਆ। ਬਸ ਉਹਨਾਂ ਦੇ ਗਾਡਰ ਜਮਾਣੇ ਸਨ ਤੇ ਫਿਰ 10 ਦਿਨਾਂ ਵਿੱਚ ਪੁਲ ਤਿਆਰ ਹੋ ਜਾਣਾ ਸੀ, ਜਿਸ ਉੱਤੋਂ ਉਹਨਾਂ ਦੇ ਗੱਡੇ ਲੰਘਿਆ ਕਰਨਗੇ। ਨੌਜਵਾਨ ਪੇਂਡੂ ਦੀਆਂ ਦੁੱਧ ਨਾਲ ਲੱਦੀਆਂ ਸਾਈਕਲਾਂ ਹਲ ਕਰਦੀਆਂ ਫਿਰਨਗੀਆਂ। ਤੇ ਫਿਰ ਜਦੋਂ ਇੰਜੀਨੀਅਰਾਂ ਨੇ ਇਸ਼ਾਰਾ ਕੀਤਾ, ਵੱਡਾ ਪਿੰਡ ਤੇ ਨਿੱਕਾ ਪਿੰਡ ਦੇ ਨੌਜਵਾਨਾਂ ਨੇ ਇੱਕ ਦੂਜੇ ਨੂੰ ਮੋਢੇ ਦੇ ਕੇ, ਇੱਕ ਦੂਜੇ ਨੂੰ ਹੱਲਾਸ਼ੇਰੀ ਕਰਕੇ ਪਹਿਲੇ ਗਾਡਰ ਨੂੰ ਚੁੱਕ ਲਿਆ। ਗਾਡਰ ਬਹੁਤ ਭਾਰੀ ਸੀ, ਉਤਨਾ ਨੌਜਵਾਨ ਪੇਂਡੂਆਂ ਨੂੰ ਜੋਸ਼ ਹੋਰ ਆਇਆ। ਇੱਕ ਦੂਜੇ ਦੇ ਜ਼ੋਰ ਵਿੱਚ ਜ਼ੋਰ ਮਿਲਾਉਂਦੇ, ਇੱਕ ਦੂਜੇ ਦੇ ਹੌਸਲੇ ਵਿੱਚ ਹੌਸਲਾ ਵਧਾਉਂਦੇ, ਇੱਕ ਦੂਜੇ ਨੂੰ ਦਾਦ ਦਿੰਦੇ। ਵੱਡਾ ਪਿੰਡ ਤੇ ਨਿੱਕਾ ਪਿੰਡ ਵਾਲੇ ਗਾਡਰ ਨੂੰ ਚੁੱਕ ਕੇ ਉਲਾਰ ਕੇ ਹੇਠੋਂ ਉੱਤੇ ਲੈ ਗਏ ਤੇ ਉਹਨਾਂ ਦੀ ਸਾਂਝੀ ਮਿਹਨਤ ਨਾਲ
ਸਾਂਝੀ ਸਿਆਣਪ ਨਾਲ ਪੂਰੀ ਮਿਲਵਰਤਣ ਨਾਲ ਗਾਡਰ ਨੂੰ ਆਪਣੀ ਥਾਂ 'ਤੇ ਟਿਕਾ ਲਿਆ। ਇੱਕ ਗਾਡਰ, ਇੱਕ ਹੋਰ ਗਾਡਰ ਤੇ ਫਿਰ ਗਾਡਰਵਾਦ ਗਾਡਰ। ਜਦੋਂ ਪੇਂਡੂ ਜੁੜ ਗਏ, ਇੱਕ ਮਨ ਹੋ ਗਏ, ਇੱਕ ਜਾਨ ਹੋ ਗਏ, ਤਾਂ ਭਾਰੀ ਲੋਹੇ ਦੇ ਗਾਡਰ, ਮਸ਼ੀਨਾਂ ਜਿਨ੍ਹਾਂ ਨੂੰ ਮਸਾਂ ਹਿਲਾ ਸਕਦੀਆਂ ਸਨ, ਉਹਨਾਂ ਨੂੰ ਤੀਲੀਆਂ ਵਾਂਗ ਉਲਾਰ ਕੇ ਆਪਣੀ ਆਪਣੀ ਥਾਂ 'ਤੇ ਜਮਾ ਦਿੱਤਾ। 10 ਦਿਨ ਹੋਰ ਤੇ ਨਿੱਕਾ ਪਿੰਡ ਵਾਲਿਆਂ ਦਾ ਤੇ ਵੱਡਾ ਪਿੰਡ ਵਾਲਿਆਂ ਦਾ ਪੁਲ ਤਿਆਰ ਹੋ ਗਿਆ ਸੀ। ਤੇ ਫਿਰ ਇਸ ਪਿੰਡ ਦੇ ਬੱਚੇ ਖੇਡਦੇ ਉਸ ਪਿੰਡ ਚਲੇ ਜਾਂਦੇ, ਉਸ ਪਿੰਡ ਦੇ ਕੁੱਕੜ ਕੁੱਕੜੀਆਂ ਚੋਗਾ ਚੁਗਦੇ ਇੱਧਰ ਆ ਜਾਂਦੇ। ਇਸ ਪਿੰਡ ਦੀਆਂ ਕੁੜੀਆਂ ਵਿਆਹ ਸ਼ਾਦੀਆਂ 'ਤੇ ਸੱਦਾ ਦੇਣ ਉੱਧਰ ਜਾਂਦੀਆਂ। ਉਸ ਪਿੰਡ ਦੇ ਨੌਜਵਾਨ ਅੱਧੀ ਰਾਤ ਤੀਕ ਹੀਰ ਸੁਣਦੇ ਇੱਧਰ ਬੈਠੇ ਰਹਿੰਦੇ। ਨਦੀ ਦੇ ਕੰਢੇ 'ਤੇ ਖਲੋ ਕੇ ਕੋਈ ਕਿਸੇ ਨੂੰ ਆਵਾਜ਼ ਦਿੰਦਾ ਤੇ ਅਗਲਾ ਅੱਖ ਪਲਕਾਰੇ ਵਿੱਚ ਪੁਲ ਟੱਪ ਕੇ ਆਵਾਜ਼ ਦੇਣ ਵਾਲੇ ਕੋਲ ਅੱਪੜ ਜਾਂਦਾ। ਉੱਧਰ ਕੋਈ ਹੱਸਦਾ, ਇਸ ਪਿੰਡ ਵਿੱਚ ਮੁਸਕੜੀਆਂ ਖਿਲਰ ਜਾਂਦੀਆਂ। ਇੱਧਰ ਕਿਸੇ ਨੂੰ ਤੱਤੀ ਵਾਹ ਲੱਗਦੀ, ਉਸ ਪਿੰਡ ਵਾਲੇ ਪੁਲ ਟੱਪ ਲੱਖ ਵਾਰ ਪੁੱਛ ਜਾਂਦੇ। ਇਸ ਪੁਲ ਦਾ ਜਾਦੂ ਅਜੀਬ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਪੁਲ। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਦੱਸਣ ਲਈ ਕਮੈਂਟ ਜ਼ਰੂਰ ਕਰਿਓ। ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਸਾਂਝਾ ਜ਼ਰੂਰ ਕਰਿਓ ਅਤੇ ਮੇਰੇ ਨਾਲ ਵੱਧ ਤੋਂ ਵੱਧ ਜੁੜਨ ਲਈ ਮੇਰੇ ਇਸ YouTube ਚੈਨਲ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ। ਦੋਸਤੋ, ਅਗਲੀ ਕਹਾਣੀ ਜਲਦੀ ਹੀ ਤੁਹਾਡੇ ਰੂਬਰੂ ਕਰਾਂਗੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ।